ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ ਗਵਾਰੇਵਾਲੀ ਮਹੱਲੇ ਪਹਿਲੇ ਦੇ ਦੂਜੀ ਅਸਤੀ ਦੀ ਵਾਰੀ ਹੈ ਜੀ। ਗੌੜੀ ਗਵਾਰੇਵਾਲੀ ਮਹੱਲਾ ਪਹਿਲਾ। ਮਨ ਕੰਚਰ ਕਾਇਆ ਉਦਿਆਨੇ, ਗੁਰ ਅੰਕ ਸਚ ਸਤ ਸ਼ਬਦ ਨਿਸ਼ਾਨੇ। ਮਨ ਕੁੰਚਰ ਕਾਇਆ ਉਦਿਆਨੇ, ਗੁਰ ਅੰਕਸ ਸਚ ਸ਼ਬਦ ਨਿਸ਼ਾਨੇ। ਰਾਜ ਦੁਆਰੇ ਸੋਭ ਸਮਾਨੇ, ਚਤਰਾਈ ਨਹੀਂ ਚੀਨਿਆ ਜਾਏ। ਬਿਨ ਮਾਰੇ ਕੋ ਕੀਮਤ ਪਾਏ ਰਹਾਓ, ਕਰ ਮੇ ਅੰਮ੍ਰਿਤ ਤਸਕਰ ਲਈ। ਨੰਨਾ ਕਾਰ ਨਕੇਈ ਕੋਏ ਕਰੇਈ, ਰਾਖੇ ਆਪ ਵਡਿਆਈ ਦੇ। ਨੀਲ ਅਨੀਲ ਅਗਨਮ ਇਕਠਾਈ, ਜਲ ਨਿਵਰੀ ਗੁਰ ਬੂਝ ਬਜਾਈ। ਮਨ ਦੇ ਲੀਆ ਰੈਸ ਗੁਣ ਗਾਈ, ਜੈਸਾ ਕਰ ਬਾਹਰ ਸੋ ਤੈਸਾ। ਬੈਸ ਗੁਫਾ में और कैसा, सागर डूगर निरभव ऐसा। मुए को मारे कौन, निडरे को कैसा डर कवन। शब्द पछाने तीने पवन, जिन क्या तिन कहन बखानिया। जिन बूझा तिन सहज पछानिया, देख विचार मेरा मन मानिया। कीरत सूरत मुक्त इक नाई, तही निरंजन रहा समाई। निज कर व्याप रहा निज ठाई, उस्तद करे केते मन प्रीत। तन मन सूचे साच सोचीत, नानक हर भजनी तानीत। उस्तद करे केते मन प्रीत, तन मन सूचे साच सोचीत। नानक हर भजनी तानीत। इस शब्द विच गुरु जी सानू ਕਹਿੰਦੇ ਹਨ ਕਿ ਗੁਰਮੁਖੋ, ਸਾਡਾ ਮਨ ਰੂਪੀ ਹਾਥੀ ਸਰੀਰ ਰੂਪੀ ਜੰਗਲ ਵਿੱਚ ਘੁੰਮਦਾ ਫਿਰਦਾ ਹੈ ਜੀ। ਭਾਵ ਇਹ ਬਹੁਤ ਹੱਥੋਂ ਨਿਕਲਿਆ ਹੋਇਆ ਹੈ ਜੀ, ਅਤੇ ਇਸ ਨੇ ਸਰੀਰ ਤਨ ਹਿਰਦੇ ਨੂੰ ਕਾਬੂ 'ਚ ਕੀਤਾ ਹੋਇਆ ਹੈ ਜੀ। ਭਾਵ ਮਾਇਆਵੀ ਵਿਕਾਰਾਂ ਵਿੱਚ ਫਸਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਮਨ ਰੂਪ ਹਾਥੀ ਦੇ ਸਿਰ ਉੱਤੇ ਗੁਰੂ ਰੂਪ ਕੁੰਡਾ, ਭਾਵ ਜਿਨ੍ਹਾਂ ਗੁਰਮੁਖਾਂ ਦੇ ਮਨ ਸੱਚ ਨਿਰਮਲ ਗੁਰਸ਼ਬਦ ਗੁਰਬਾਣੀ ਨਾਮ ਰੂਪੀ ਨਿਸ਼ਾਨ ਹੋਵੇ। ਭਾਵ ਜਿਨ੍ਹਾਂ ਦੇ ਮਨ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਵਸਿਆ ਹੋਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖਾਂ ਦੇ ਮਨ ਰੂਪੀ ਹਾਥੀ ਵਾਹਿਗੁਰੂ ਪਰਮੇਸ਼ਰ ਰੂਪ ਵਾਹਿਗੁਰੂ ਜੀ ਦੇ ਦਰਬਾਰ ਉੱਤੇ ਸੋਭਾ ਪਾਉਂਦੇ ਹਨ ਜੀ। ਭਾਵ ਉਹਨਾਂ ਗੁਰਮੁਖਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਰੂਪ ਵਾਹਿਗੁਰੂ ਨਾਲ ਲਗਾ ਲਈ ਹੈ ਜੀ, ਅਤੇ ਆਪਣੇ ਵਿਕਾਰਾਂ ਨੂੰ ਗੁਰੂ ਦੀ ਸਿੱਖ ਨਾਲ ਕਾਬੂ ਵਿੱਚ ਕਰ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਚਲਾਕੀਆਂ ਚਤੁਰਾਈਆਂ ਅਤੇ ਸਿਆਣਪਾਂ ਨਾਲ ਉਸ ਪਰਮੇਸ਼ਰ ਨੂੰ ਨਹੀਂ ਪਛਾਣਿਆ ਜਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨ ਨੂੰ ਮਾਰੇ ਬਿਨਾਂ, ਭਾਵ ਮਾਇਆਵੀ ਵਿਕਾਰ ਉਹਨਾਂ ਨੂੰ ਕਾਬੂ ਕਰਨ ਤੋਂ ਬਿਨਾਂ ਕਿਵੇਂ ਪਰਮੇਸ਼ਰ ਦੇ ਦਰਬਾਰ ਦੀ ਕੀਮਤ ਪਾਈ ਜਾ ਸਕਦੀ ਹੈ ਜੀ। ਭਾਵ ਇਹ ਸੰਭਵ ਹੀ ਨਹੀਂ ਹੈ ਜੀ ਕਿ ਉਸ ਪਵਿੱਤਰ ਨਿਰਮਲ ਪਰਮੇਸ਼ਰ ਨਾਲ ਦੀ ਕੀਮਤ ਕਿਸੇ ਨੂੰ ਪਾਈ ਜਾ ਹੋਵੇ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਉਸ ਪਰਮੇਸ਼ਰ ਨਾਲ ਲੱਗ ਸਕਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਰੂਪੀ ਅੰਮ੍ਰਿਤ ਉਸ ਪਰਮੇਸ਼ਰ ਨੇ ਹਰ ਇੱਕ ਦੇ ਮਨ ਅਤੇ ਹਿਰਦੇ ਵਿੱਚ ਪਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਉਸਨੂੰ ਪੰਜਾਂ ਚੋਰਾਂ ਦੀ ਟੋਲੀ ਨੇ, ਭਾਵ
ਮਾਇਆਵੀ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਟੋਲੀ ਲੁੱਟੀ ਜਾ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ 5 ਚੋਰਾਂ ਦੀ ਟੋਲੀ ਨੇ ਸਾਨੂੰ ਲੁੱਟਿਆ ਹੋਇਆ ਹੈ ਜੀ। ਭਾਵ ਮਾਇਆਵੀ ਵਿਕਾਰਾਂ ਦੀ ਪਕੜ ਬਹੁਤ ਜ਼ਿਆਦਾ ਹੈ ਜੀ ਕਿ ਚੰਗੇ ਮੰਦੇ ਦੀ ਪਹਿਚਾਣ ਹੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਆਪ ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਸ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਨੇ ਉਹਨਾਂ ਨੂੰ ਬਚਾ ਲਿਆ ਹੈ ਜੀ। ਉਹਨਾਂ ਨੇ ਇਹਨਾਂ ਲੁਟੇਰਿਆਂ ਤੋਂ ਜੋ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਜੀ, ਉਹਨਾਂ ਤੋਂ ਪਰਮੇਸ਼ਰ ਨੇ ਉਹਨਾਂ ਨੂੰ ਬਚਾ ਲਿਆ ਹੈ ਜੀ। ਕਿਉਂਕਿ ਉਹਨਾਂ ਦਾ ਮਨ ਅਤੇ ਹਿਰਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨਾਲ ਜੁੜ ਗਿਆ ਹੈ ਜੀ ਅਤੇ ਵਿਕਾਰਾਂ ਦਾ ਨਾਸ਼ ਹੋ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਣਗਿਣਤ ਤਰ੍ਹਾਂ ਦੀਆਂ ਤ੍ਰਿਸ਼ਨਾਵਾਂ ਰੂਪ ਅੱਗਾਂ ਪਰਮੇਸ਼ਰ ਨੇ ਮਨੁੱਖੀ ਮਨ ਤੇ ਹਿਰਦੇ ਵਿੱਚ ਪਾਈਆਂ ਹੋਈਆਂ ਹਨ ਜੀ। ਭਾਵ ਇਹ ਤ੍ਰਿਸ਼ਨਾ ਰੂਪੀ ਅੱਗ ਤੇ ਮਾਇਆਵੀ ਵਿਕਾਰ ਇਹ ਸਾਰਿਆਂ ਦੇ ਮਨੁੱਖੀ ਮਨਾਂ ਦੇ ਵਿੱਚ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤ੍ਰਿਸ਼ਨਾ ਦੀ ਅੱਗ ਦੀ ਜਲਨ ਗੁਰਮੁਖਾਂ ਨੂੰ ਪਰਮੇਸ਼ਰ ਤੋਂ ਦੂਰ ਕਰ ਦਿੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੂੰ ਪਰਮੇਸ਼ਰ ਰੂਪ ਗੁਰੂ ਦੀ ਗੁਰਸ਼ਬਦ ਗੁਰਬਾਣੀ ਨਾਮ ਸ਼ਬਦ ਦੀ ਸੋਝੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੇ ਆਪਣਾ ਮਨ ਅਤੇ ਹਿਰਦਾ ਗੁਰੂ ਦੇ ਹਵਾਲੇ ਕਰ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਪਰਮੇਸ਼ਰ ਦੇ ਉਹ ਰਹੱਸ ਨੂੰ ਜਾਣ ਕੇ ਆਨੰਦ ਵਿੱਚ ਆ ਜਾਂਦੇ ਹਨ ਜੀ। ਆਨੰਦ ਮਾਣ ਰਹੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੀ ਇਸ ਸੋਝੀ ਸਦਕਾ ਹੀ ਉਹਨਾਂ ਨੂੰ ਗੁਰਮੁਖਾਂ ਨੂੰ ਹਰ ਜਗ੍ਹਾ ਘਰ ਬਾਰ ਗੁਫਾ ਵਿੱਚ ਸਭ ਕੁਝ ਇੱਕੋ ਜਿਹਾ ਹੀ ਪ੍ਰਤੀਤ ਹੁੰਦਾ ਹੈ ਜੀ। ਭਾਵ ਉਹਨਾਂ ਗੁਰਮੁਖਾਂ ਨੂੰ ਫਿਰ ਪਰਮੇਸ਼ਰ ਹਰ ਜਗ੍ਹਾ ਹੀ ਵਿਆਪਕ ਦਿਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਇਆਵੀ ਵਿਕਾਰਾਂ ਦੇ ਸਰੀਰ ਰੂਪੀ ਗੁਫਾ ਵਿੱਚ ਬੈਠ ਕੇ ਇਹ ਕਿਵੇਂ ਆਖਿਆ ਜਾ ਸਕਦਾ ਹੈ ਜੀ ਕਿ ਉਹ ਪਰਮੇਸ਼ਰ ਕਿਹੋ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਇਆਵੀ ਵਿਕਾਰ ਕਾਬੂ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਇਸ ਚੀਜ਼ ਦੀ ਸੋਝੀ ਹੁੰਦੀ ਹੈ ਜੀ ਕਿ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ ਜੀ, ਪ੍ਰੀਤ ਪੈਂਦੀ ਹੈ ਜੀ ਅਤੇ ਇਹ ਅਹਿਸਾਸ ਹੁੰਦਾ ਹੈ ਜੀ ਕਿ ਇਹ ਪਰਮੇਸ਼ਰ ਨਿਰਭਉ ਹੈ ਜੀ ਅਤੇ ਜੋ ਸਮੁੰਦਰਾਂ ਅਤੇ ਪਹਾੜਾਂ ਵਿੱਚ ਹਰ ਘਰ ਬਾਰ ਗੁਫਾ ਵਿੱਚ ਹਰ ਥਾਂ ਵਿਆਪਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਜੀਵਤ ਭਾਵ ਸਾਡੇ ਮਰੇ ਹੋਏ ਮਨ ਨੂੰ ਭਾਵ ਵਿਕਾਰਾਂ ਵਿੱਚ ਫਸੇ ਹੋਏ ਮਨ ਨੂੰ ਅਸੀਂ ਕਿਸ ਤਰ੍ਹਾਂ ਮਾਰ ਸਕਦੇ ਹਾਂ ਜੋ ਆਲਰੇਡੀ ਮਰਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਇਸ ਨੂੰ ਡਰ ਤੋਂ ਰਹਿਤ ਹੋਏ ਮਨ ਨੂੰ ਕਿਸ ਤਰ੍ਹਾਂ ਦਾ ਡਰ, ਇਸ ਨੂੰ ਕੌਣ ਡਰਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਭੇਦ ਸਿਰਫ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਹੀ ਸਾਨੂੰ ਪਤਾ ਲੱਗਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਫਿਰ ਹਰ ਜਗ੍ਹਾ ਹਾਜ਼ਰ ਨਾਜ਼ਰ ਤਿੰਨਾਂ ਲੋਕਾਂ ਵਿੱਚ ਪਰਮੇਸ਼ਰ ਹੀ ਵਿਆਪਕ ਨਜ਼ਰ ਆਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ
ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦੀ ਬੇਅੰਤਤਾ ਬਾਰੇ ਕੁਝ ਆਖਿਆ, ਲਿਖਿਆ, ਕਿਹਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਨੇ ਸਿਰਫ ਬਾਹਰਮੁਖੀ ਦਾ ਹੀ ਕਥਨ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਹੀ ਅਰਥਾਂ ਵਿੱਚ ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਨੂੰ ਜਾਣਿਆ, ਬੁੱਝਿਆ, ਪਛਾਣਿਆ, ਜਾਣਿਆ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨਾਲ ਲਿਵ ਲਾ ਕੇ ਸਹਿਜ ਅਵਸਥਾ ਵਿੱਚ ਉਹ ਵਿਚਰ ਗਏ ਹਨ ਜੀ। ਅਤੇ ਉਹ ਸਹਿਜ ਅਵਸਥਾ ਵਿੱਚ ਆ ਕੇ ਹੀ ਪਰਮੇਸ਼ਰ ਨੂੰ ਪਛਾਣਿਆ ਹੈ ਜੀ। ਭਾਵ ਉਹਨਾਂ ਨੂੰ ਇਸ ਦੀ ਸੋਝੀ ਹੋਈ ਹੈ, ਪਰਮੇਸ਼ਰ ਦੀ ਸੋਝੀ ਹੋਈ ਹੈ ਜੀ, ਆਪਣੇ ਆਪ ਨੂੰ ਪਛਾਣ ਕੇ ਵਿਕਾਰਾਂ ਤੋਂ ਰਹਿਤ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੀ ਸ੍ਰਿਸ਼ਟੀ ਨੂੰ ਵੇਖ ਕੇ, ਵਿਚਾਰ ਕੇ ਇਹ ਮੇਰਾ ਮਨ ਉਸ ਪਰਮੇਸ਼ਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜ ਗਿਆ ਹੈ ਜੀ, ਅਤੇ ਇਹ ਹੁਣ ਮੰਨ ਗਿਆ ਹੈ ਜੀ, ਪਤੀਜ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਇੱਕ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਚੰਗੀ ਕੀਰਤੀ ਕਰਨ ਨਾਲ, ਚੰਗਾ ਕੰਮ ਕਰਨ ਨਾਲ ਚੰਗੀ ਸੂਰਤ ਅਤੇ ਚੰਗੀ ਮੁਕਤੀ, ਸਹਿਜ ਦੀ ਅਵਸਥਾ ਆ ਜਾਂਦੀ ਹੈ ਜੀ, ਆਨੰਦ ਦੀ ਅਵਸਥਾ ਆ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਇਆ ਤੋਂ ਰਹਿਤ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਜੁੜਿਆਂ ਅਤੇ ਪਰਮੇਸ਼ਰ ਤ੍ਰਿਸ਼ਨਾਵਾਂ ਤੋਂ ਰਹਿਤ ਪਰਮੇਸ਼ਰ ਨਾਲ ਲਿਵ ਲਗਾਉਣੀ, ਤਾਂ ਹੀ ਪਰਮੇਸ਼ਰ ਨੂੰ ਅਸੀਂ ਆਪਣੇ ਸਰੂਪ ਭਾਵ ਨਿਜ ਅਸਥਾਨ 'ਤੇ ਪਾਇਆ ਮਹਿਸੂਸ ਕਰ ਸਕਦੇ ਹਾਂ ਜੀ, ਵੇਖ ਸਕਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਭਾਵ ਮਨ ਨੂੰ ਇਸ ਤਰ੍ਹਾਂ ਪਰਮੇਸ਼ਰ ਦੀ ਪਹਿਚਾਣ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਜੋ ਗੁਰਮੁਖ ਮਨ ਰੂਪ ਅਤੇ ਹਿਰਦੇ ਨੂੰ ਦਿਲ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਪ੍ਰੀਤ ਨਾਲ ਪਰਮੇਸ਼ਰ ਦੀ ਉਸਤਤ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਦੁਆਰਾ ਉਹਨਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣਾ ਤਨ ਅਤੇ ਮਨ ਅਤੇ ਹਿਰਦਾ ਸੁੱਚੇ ਕਰ ਲਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਦੇ ਚਿੱਤ ਵਿੱਚ ਸੱਚ ਸਰੂਪ ਵਾਹਿਗੁਰੂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਉਹਨਾਂ ਨਾਲ ਪਰਮੇਸ਼ਰ ਨਾਲ ਉਹਨਾਂ ਦੀ ਪਰਮੇਸ਼ਰ ਨਾਲ ਲਿਵ ਲੱਗ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਉਪਦੇਸ਼, ਇਹ ਸਿੱਖ ਗੁਰੂ ਜੀ ਸਾਨੂੰ ਇਸ ਸ਼ਬਦ ਵਿੱਚ ਦੇ ਰਹੇ ਹਨ ਜੀ ਕਿ ਗੁਰਮੁਖੋ ਤੁਸੀਂ ਵੀ ਨਿਤ ਪ੍ਰਤ ਭਾਵ ਰੋਜ਼ ਹਰ ਵੇਲੇ ਸਵਾਸ ਉਸ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰੋ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਇਸ ਸ਼ਬਦ ਵਿੱਚ ਸਾਨੂੰ ਹਾਥੀ ਦੀ ਉਦਾਹਰਨ ਦੇ ਕੇ ਸਾਡੇ ਮਨ ਦੇ ਨਿਜ ਸਰੂਪ ਨੂੰ ਪਛਾਣਨ ਦੀ ਜਾਚ ਸਿਖਾਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹਾਥੀ ਨੂੰ, ਜਿਸ ਤਰ੍ਹਾਂ ਹਾਥੀ ਜੇ ਕਿਸੇ ਬਾਗ ਵਿੱਚ ਖੁੱਲ੍ਹਾ ਛੱਡ ਦਿੱਤਾ ਜਾਵੇ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਉਹ ਹੰਕਾਰੀ ਹਾਥੀ ਆਪਣੇ ਬਲ ਬੁੱਧ ਕਰਕੇ ਕਿ ਮੈਂ ਬੜਾ ਵੱਡਾ ਹਾਂ ਔਰ ਵਿਗੜਿਆ ਹੋਇਆ ਹੈ ਜੀ, ਕੋਈ ਉਸਨੂੰ ਹੈ ਨਹੀਂ ਕਿ ਇਹ ਕੰਮ ਕਰਨਾ ਨਹੀਂ ਕਰਨਾ, ਅਤੇ ਉਹ ਬਾਗ ਦੇ ਸਾਰੇ ਬੂਟਿਆਂ ਨੂੰ ਵਿਗਾੜ ਦਿੰਦਾ ਹੈ ਜੀ ਅਤੇ ਫੁੱਲਾਂ ਨੂੰ ਵੀਰਾਨ ਕਰ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਇਸੇ ਹਾਥੀ ਦੇ ਸਿਰ ਉੱਤੇ ਮੁਹਾਵਤ ਦਾ ਕੁੰਡਾ ਭਾਵ ਇਹ ਹਾਥੀ ਜੇ ਕੋਈ ਆਪਣਾ ਘਰ ਲੈ ਆਵੇ ਅਤੇ ਉਸ ਨੂੰ ਚੰਗੀ ਸਿੱਖ ਦੇਵੇ
ਕਿ ਇਸ ਤਰ੍ਹਾਂ ਦੇ ਮਾੜੇ ਕੰਮ ਨਹੀਂ ਕਰਨੇ। ਫਿਰ ਗੁਰੂ ਜੀ ਕਹਿੰਦੇ ਹਨ ਤਾਂ ਇਹ ਹਾਥੀ ਸਿੱਧੇ ਮਾਰਗ ਟੁਰਦਾ ਹੈ ਜੀ। ਫਿਰ ਇਹ ਕਿਸੇ ਦਿਨ ਬਾਲ ਬੂਟਿਆਂ ਫੁੱਲਾਂ ਨੂੰ, ਬਾਗਾਂ ਨੂੰ, ਫਸਲ ਨੂੰ ਨਹੀਂ ਵਿਗਾੜਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਉਸ ਦੇ ਸਿਰ ਉੱਤੇ, ਉਸ ਹਾਥੀ ਦੇ ਸਿਰ ਉੱਤੇ ਮਾਲਕ ਹੈ, ਜਿਸ ਨੇ ਇਸ ਨੂੰ ਇਹ ਸਿਖਾਇਆ ਹੁੰਦਾ ਹੈ ਜੀ ਕਿ ਇਹੋ ਜਿਹੇ ਕੰਮ ਨਹੀਂ ਕਰਨੇ ਜਿਹਦੇ ਨਾਲ ਉਜਾੜਾ ਪਵੇ। ਅਤੇ ਉਹ ਹਾਥੀ ਫਿਰ ਬੜੀ ਅੱਛੀ ਤਰ੍ਹਾਂ ਕੰਟਰੋਲ ਵਿੱਚ ਆ ਜਾਂਦਾ ਹੈ ਜੀ, ਅਤੇ ਉਹੀ ਕੰਮ ਕਰਦਾ ਹੈ ਜੀ ਜੋ ਉਹਦਾ ਮਾਲਕ ਕਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਅਜਿਹਾ ਕੰਟਰੋਲ ਵਿੱਚ ਆਇਆ ਹਾਥੀ ਰਾਜੇ ਦੇ ਦਰਬਾਰ ਉੱਤੇ ਵੀ ਸ਼ੋਭਾ ਪਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਦੇ ਅੱਛੇ ਵਿਵਹਾਰ ਕਰਕੇ ਫਿਰ ਸ਼ਾਹੀ ਦਰਬਾਰ, ਰਾਜੇ ਦੇ ਦਰਬਾਰ ਉੱਤੇ ਇਸ ਹਾਥੀ ਦੇ ਮੱਥੇ 'ਤੇ ਸ਼ਾਹੀ ਨਿਸ਼ਾਨ ਪੈ ਜਾਂਦਾ ਹੈ ਜੀ ਕਿ ਇਹ ਬੜੇ ਗੁਣਾਂ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸੇ ਤਰ੍ਹਾਂ ਸਾਡਾ ਅਵੇੜਾ ਵਿਗੜਿਆ ਹੋਇਆ ਮਨ, ਭਾਵ ਮਾਇਆਵੀ ਵਿਕਾਰ ਵਿੱਚ ਫਸਿਆ ਹੋਇਆ ਮਨ, ਇਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਤਿਗੁਰੂ ਦੇ ਜਾਪ ਨਾਲ ਸਵਾਰਨਾ ਪੈਂਦਾ ਹੈ ਜੀ, ਭਾਵ ਕਾਬੂ ਕਰਨਾ ਪੈਂਦਾ ਹੈ ਜੀ। ਜੋ ਵਿਕਾਰ ਤ੍ਰਿਸ਼ਨਾਵਾਂ ਸਾਨੂੰ ਲੱਗੀਆਂ ਹੋਈਆਂ ਹਨ ਜੀ, ਜੋ ਕਿ ਹਰ ਇੱਕ ਦੇ ਅੰਦਰ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਸੱਚੀ ਸੂਝ ਬੂਝ ਬੁੱਧੀ ਪ੍ਰਾਪਤ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਚਲਾਕੀਆਂ ਚਤੁਰਾਈਆਂ ਤੇ ਧੋਖਿਆਂ ਨਾਲ ਪਰਮੇਸ਼ਰ ਦੀ ਪਛਾਣ ਨਹੀਂ ਹੁੰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਨੇ ਹਰ ਇੱਕ ਹਿਰਦੇ ਦੇ ਅੰਦਰ ਅੰਮ੍ਰਿਤ ਰੱਖਿਆ ਹੈ ਜੀ। ਹਰ ਇੱਕ ਦੇ ਮਨ ਅਤੇ ਹਿਰਦੇ ਅੰਦਰ ਅੰਮ੍ਰਿਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਮਨ ਉੱਤੇ ਪਹਿਰਾ ਨਾ ਹੋਣ ਕਰਕੇ ਇਸ ਮਨ ਨੂੰ, ਇਸ ਦੇ ਅੰਮ੍ਰਿਤ ਨੂੰ ਪੰਜ ਚੋਰ ਲੁੱਟੀ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਇਆਵੀ ਵਿਕਾਰਾਂ ਦੀ ਸੰਗਤ ਕਾਰਨ ਹੀ ਇਹ ਚੰਚਲ ਮਨ ਅਤੇ ਹਿਰਦਾ ਥਿਰ ਨਹੀਂ ਰਹਿੰਦਾ ਜੀ, ਕੰਟਰੋਲ 'ਚ ਨਹੀਂ ਰਹਿੰਦਾ ਜੀ, ਕਿਉਂਕਿ ਇਹ ਵਿਕਾਰਾਂ ਵਿੱਚ ਫਸਿਆ ਹੋਇਆ ਹੈ। ਅਤੇ ਪੰਜ ਚੋਰ ਜੋ ਕਿ ਸਾਡੀ ਗੁਰਬਾਣੀ ਵਿੱਚ ਪੰਜ ਚੋਰਾਂ ਨੂੰ ਕਾਮ, ਕ੍ਰੋਧ, ਲੋਭ, ਹੰਕਾਰ ਕਿਹਾ ਹੈ, ਵਿੱਚ ਫਸੇ ਹੋਇਆ ਹੈ। ਫਿਰ ਗੁਰੂ ਜੀ ਕਹਿੰਦੇ ਹਨ ਜੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਇਸ ਦੇ ਤ੍ਰਿਸ਼ਨਾ ਦੀ ਜਲਨ ਦੂਰ ਹੋ ਜਾਵੇ ਜੀ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਇਸ ਮਨ ਔਰ ਹਿਰਦੇ ਨੂੰ ਆਤਮਿਕ ਰਸ ਦਾ ਸੁੱਖ ਆਨੰਦ ਮਾਣਨ ਦਾ ਇਹ ਯੋਗ ਹੋ ਜਾਂਦਾ ਹੈ ਜੀ, ਕਾਬਲ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਦੋਂ ਗੁਰਮੁਖ ਆਤਮਿਕ ਰਸੀਆ ਬਣ ਜਾਂਦਾ ਹੈ ਜੀ, ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਇਸ ਦੇ ਅੰਦਰ ਵਸ ਜਾਂਦਾ ਹੈ ਜੀ, ਸਾਰੇ ਵਿਕਾਰਾਂ ਨੂੰ ਕਾਬੂ ਕਰਕੇ, ਤ੍ਰਿਸ਼ਨਾਵਾਂ ਨੂੰ ਕਾਬੂ ਕਰਕੇ ਆਪਣੇ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਨੂੰ ਵਸਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਤਦੋਂ ਇਸ ਨੂੰ ਘਰ ਤੇ ਬਾਹਰ ਦਾ ਭੇਦ ਖੁੱਲ੍ਹ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਅਤੇ ਇਹਨਾਂ ਗੁਰਮੁਖਾਂ ਨੂੰ ਫਿਰ ਹਰ ਪਾਸੇ ਉਹ ਨਿਰਭਉ ਨਿਰੰਕਾਰ ਦੇ ਉਹ ਦਰਸ਼ਨ ਕਰ ਸਕਦੇ ਹਨ ਜੀ। ਸੋ ਸਿਧਾਂਤ ਇਹ ਹੈ ਜੀ ਕਿ ਜਿਹੜੇ ਗੁਰਮੁਖ ਮਨ ਅਤੇ ਹਿਰਦੇ ਦੀ ਪ੍ਰੀਤ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ ਪਰਮੇਸ਼ਰ ਦੀ ਉਸਤਤ ਕਰਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦੇ ਹੀ ਤਨ, ਮਨ ਅਤੇ ਹਿਰਦੇ
ਸੁੱਚੇ, ਨਿਰਮਲ ਅਤੇ ਸੱਚੇ ਹੁੰਦੇ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।